ਬਾਰਡਰ ਦੇ ਨਾਲ ਲੱਗਦੇ 50 ਕਿਲੋਮੀਟਰ ਦੇ ਇਲਾਕੇ ਨੂੰ ਪੰਜਾਬ ਕੋਲੋਂ ਖੋਹ ਕੇ BSF ਦੇ ਹਵਾਲੇ ਕਰਨ ਦੇ ਕੇਂਦਰ ਸਰਕਾਰ ਦੇ ਗੈਰ ਸੰਵਿਧਾਨਕ ਫੈਸਲੇ ਦਾ ਸੁਖਪਾਲ ਸਿੰਘ ਖਹਿਰਾ ਨੇ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਇੱਕ ਗੈਰ ਸੰਵਿਧਾਨਕ ਫੈਸਲਾ ਹੈ। BSF ਜੇਕਰ ਸਮਗਲਿੰਗ ਨਹੀਂ ਰੋਕ ਸਕਦੀ ਤਾਂ ਇਹ ਉਹਨਾਂ ਦਾ ਫੇਲੀਅਰ ਹੈ। ਉਹਨਾਂ ਨੇ ਕਿਹਾ ਕਿ ਇਹ ਰਕਬਾ ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਕੇ ਪੰਜਾਬੀਆਂ ਦਾ ਹੱਕ ਖੋਹਿਆ ਹੈ। ਪੰਜਾਬੀਆਂ ਦਾ ਅਧਿਕਾਰ ਕਿੱਥੇ ਹੈ? ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਮਿਲਟਰੀ ਸਟੇਟ ਡਿਕਲੇਅਰ ਕੀਤਾ ਜਾ ਚੁੱਕਿਆ ਹੈ। ਕੇਂਦਰ ਸਰਕਾਰ ਨੇ ਉੱਥੋਂ ਦੇ ਸਾਰੇ ਲੋਕਾਂ ਦੇ ਅਧਿਕਾਰ ਖੋਹ ਲਏ ਨੇ। ਉਹੀ ਕੰਮ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਿਆ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਇਸ ਦੀ ਨਿੰਦਿਆ ਕੀਤੀ ਗਈ ਹੈ ਅਤੇ ਲੋੜ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਦਾ ਵਿਰੋਧ ਕਰਨ। ਉਹਨਾਂ ਨੇ ਕਿਹਾ ਕਿ BSF ਨੂੰ ਦਿੱਤੇ ਗਏ ਸਾਰੇ ਅਧਿਕਾਰ ਵਾਪਸ ਹੋਣੇ ਚਾਹੀਦੇ ਨੇ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਯਤਨ ਕਰਨ ਦੀ ਲੋੜ ਹੈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਜਿਹੜਾ ਹਮਲਾ ਹੋ ਰਿਹਾ ਪੰਜਾਬ ਦੇ ਅਧਿਕਾਰਾਂ ਤੇ ਪੰਜਾਬ ਦੀ ਆਟੋਨਮੀ ਤੇ ਉਹਦੇ ਬਾਰੇ ਚਰਚਾ ਕਰਨੀ ਹੈ। ਤੁਸੀਂ ਸਭ ਨੇ ਦੇਖ ਲਿਆ, ਪੜ੍ਹ ਲਿਆ ਕਿ ਗਵਰਨਮੈਂਟ ਆਫ ਇੰਡੀਆ ਨੇ BSF ਨੂੰ 50 ਕਿਲੋਮੀਟਰ ਬਾਰਡਰ ਤੋਂ ਅੰਦਰਲੇ ਪਾਸੇ ਪੰਜਾਬ ਦੀਆਂ ਸਰਹੱਦਾਂ ਤੱਕ ਅਧਿਕਾਰ ਦਿੱਤਾ ਕਿ ਉਹ ਕਿਸੇ ਨੂੰ ਵੀ ਘਰ ਵਿੱਚ ਛਾਪਾ ਮਾਰ ਸਕਦੇ, ਸਰਚ ਕਰ ਸਕਦੇ, ਸੀਜ਼ ਕਰ ਸਕਦੇ, ਅਰੈਸਟ ਕਰ ਸਕਦੇ ਆ। ਇਹ ਤਾਂ ਫਿਰ ਸਿੱਧਾ ਇੱਕ ਫੈਡਰਲਿਜ਼ਮ ਦੇ ਉੱਤੇ ਡਾਕਾ ਕਹਿ ਲੋ, ਇੱਕ ਸਾਡੇ ਅਧਿਕਾਰ ਖੋਹਣ ਵਾਲੀ ਗੱਲ ਕਰ ਲੋ। ਜਿਹੜੀ ਬਾਰਡਰ ਦੇ ਉੱਤੇ ਕਹਿੰਦੇ ਨੇ ਕਿ ਸਮਗਲਿੰਗ ਹੋ ਰਹੀ ਹੈ ਡਰੱਗਸ ਦੀ ਜਾਂ ਨਾਰਕੋਟਿਕਸ ਦੀ, ਇਹਦਾ ਮਤਲਬ ਤੁਸੀਂ ਜਿਹੜੀ ਫੋਰਸ ਲਾਈ ਹੈ BSF ਉਹ ਇਨਕੰਪੀਟੈਂਟ ਹੈ, ਇਨਐਫੀਸ਼ੀਐਂਟ ਹੈ। ਉਹ ਬਾਰਡਰ ਦੇ ਉੱਤੇ ਏਡੀ ਲੰਬਾ ਚੌੜਾ ਸਾਰੇ ਪੰਜਾਬ ਦੇ ਬਾਰਡਰ ਦੇ ਉੱਤੇ ਆਪਾਂ ਤਾਰ ਲਾਈ ਹੋਈ ਹੈ, ਬਹੁਤ ਪੈਸੇ ਖਰਚ ਕੇ ਗਵਰਨਮੈਂਟ ਆਫ ਇੰਡੀਆ ਨੇ, ਸੈਂਟਰ ਸਰਕਾਰ ਨੇ ਇੰਨੇ ਕਰੋੜਾਂ ਅਰਬਾਂ ਰੁਪਏ ਪੈਸੇ ਖਰਚ ਕੇ ਜੇ ਹਲੇ ਵੀ BSF ਡਰੱਗਸ ਨਹੀਂ ਰੋਕ ਪਾ ਰਹੀ ਜਾਂ ਸਮਗਲਿੰਗ ਨਹੀਂ ਰੋਕ ਪਾ ਰਹੀ ਤੇ ਇਹਦੇ 'ਚ ਇਹ ਤਾਂ ਉਹਨਾਂ ਦੀ ਸਿੱਧੀ ਫੇਲੀਅਰ ਹੈ। ਉਹਨਾਂ ਦੀ ਫੇਲੀਅਰ ਛੁਪਾਉਣ ਵਾਸਤੇ ਉਹਨਾਂ ਨੂੰ ਹੋਰ ਅਧਿਕਾਰ ਦਿੱਤੇ ਜਾ ਰਹੇ ਕਿ ਤੁਸੀਂ ਬਾਰਡਰ ਤੋਂ ਅੰਦਰ 50 ਕਿਲੋਮੀਟਰ ਤੱਕ ਤੁਸੀਂ ਕਿਸੇ ਵੀ ਨੂੰ ਰੇਡ ਕਰਕੇ ਅਰੈਸਟ ਕਰ ਸਕਦੇ। ਯਾਨੀ ਕਿ ਸਮਝ ਲਓ ਕਿ 50 ਕਿਲੋਮੀਟਰ ਰਕਬਾ ਬਾਰਡਰ ਤੋਂ ਉਹ ਸਾਰਾ BSF ਦੇ ਅਧਿਕਾਰ 'ਚ ਦਿੱਤਾ। BSF ਦੇ ਅਧਿਕਾਰ 'ਚ ਦਿੱਤਾ ਮਤਲਬ ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਰਿਹਾ। ਬਾਰਡਰ ਆਪਣਾ ਤੁਸੀਂ ਜਾਣਦੇ ਹੋ ਕਿ ਗੁਰਦਾਸਪੁਰ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਲੰਬਾ ਬਾਰਡਰ ਹੈ। ਸਾਰਾ ਮਾਝਾ ਆ ਜਾਏਗਾ ਇਹਦੇ ਵਿੱਚ, ਦੁਆਬੇ ਦਾ ਹਿੱਸਾ ਬਿਆਸ ਦਰਿਆ ਟੱਪ ਕੇ ਸਾਡਾ ਵੀ ਹਿੱਸਾ ਆ ਜਾਏਗਾ ਤੇ ਮਾਲਵੇ ਦਾ ਹਿੱਸਾ ਜਿਹੜਾ ਹੈ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆ ਜਾਏਗਾ। ਸਾਦੇ ਸ਼ਬਦਾਂ ਵਿੱਚ ਕਿ ਰਾਜ ਜਿਹੜਾ ਹੋਵੇਗਾ 50 ਕਿਲੋਮੀਟਰ ਬਾਰਡਰ ਤੋਂ ਅੰਦਰਲੇ ਪਾਸੇ ਪੰਜਾਬ 'ਚ ਉਹ ਕੇਂਦਰ ਸਰਕਾਰ ਦਾ ਹੋਵੇਗਾ। ਤਾਂ ਫਿਰ ਪੰਜਾਬ ਦੇ ਅਧਿਕਾਰ ਕਿੱਥੇ ਗਏ ਜੀ? ਆਪਾਂ ਪਹਿਲਾਂ ਹੀ ਸਾਰੇ ਜਾਣਦੇ ਹਾਂ ਕਿ ਜੰਮੂ ਕਸ਼ਮੀਰ ਨੂੰ ਇੱਕ ਆਲਰੇਡੀ ਮਿਲਟਰੀ ਸਟੇਟ ਡਿਕਲੇਅਰ ਕੀਤਾ ਜਾ ਚੁੱਕਾ। ਸਾਰੀ ਦੁਨੀਆ 'ਚੋਂ ਅਗਰ ਸਭ ਤੋਂ ਹੈਵੀਲੀ ਮਿਲਟਰਾਈਜ਼ਡ ਜ਼ੋਨ ਹੈ ਤਾਂ ਉਹ ਜੰਮੂ ਕਸ਼ਮੀਰ ਹੈ। ਕੇਂਦਰ ਸਰਕਾਰ ਨੇ ਉੱਥੇ ਸਾਰੇ ਲੋਕਾਂ ਦੇ ਅਧਿਕਾਰ ਖੋਏ ਹੋਏ ਨੇ। ਪਿਛਲੇ ਦਿਨਾਂ ਵਿੱਚ NIA ਨੇ ਤੇ ਪਤਾ ਕਿਹੜੀਆਂ ਏਜੰਸੀਆਂ ਨੇ ਕਿੰਨੇ ਬੰਦਿਆਂ ਨੂੰ ਚੱਕ ਕੇ ਅਰੈਸਟ ਕੀਤਾ। ਉਹੀ ਕੰਮ ਪੰਜਾਬ ਦੇ ਵਿੱਚ ਹੋਵੇਗਾ। ਇਹ ਸਾਰਾ BSF ਦੇ ਅਧਿਕਾਰ ਖੇਤਰ ਵਿੱਚ ਆਉਣਾ ਕਿ ਹੋਮ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੋਵੇਗਾ। ਕਿਸੇ ਨੂੰ ਉਹ ਯੂਆਪਾ ਕਾਨੂੰਨ ਲਾ ਦੇਣ, ਉਹਦੀ NIA ਦੀ ਜਾਂਚ ਕਰ ਦੇਣ। NIA ਦੇ ਸਪੈਸ਼ਲ ਕੋਰਟਸ ਬਣੇ ਨੇ, ਯੂਆਪਾ ਦੇ ਸਪੈਸ਼ਲ ਕੋਰਟਸ ਬਣੇ ਨੇ। ਤਾਂ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਭਾਰੀ ਇੱਕ ਜ਼ੁਲਮ ਦਾ ਸਾਡੇ ਤੇ ਖਤਰਾ ਮੰਡਲਾਵੇਗਾ। ਸਾਡੇ ਚੀਫ ਮਿਨਿਸਟਰ ਨੇ ਇਸ ਨੂੰ ਅਪੋਜ਼ ਕੀਤਾ, ਸੁਨੀਲ ਜਾਖੜ ਜੀ ਨੇ ਅਪੋਜ਼ ਕੀਤਾ। ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਅੱਜ ਫਰਜ਼ ਬਣਦਾ ਕਿ ਇਸ ਤਰ੍ਹਾਂ ਦੇ ਗੈਰ ਸੰਵਿਧਾਨਕ ਕਦਮ ਨੂੰ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ, ਵਰਨਾ ਆਹਿਸਤਾ ਪੰਜਾਬ ਨੂੰ ਅਲਟੀਮੇਟਲੀ ਇਹ ਇੱਕ ਗਲੋਰੀਫਾਈਡ ਮਿਊਨਿਸਪੈਲਿਟੀ ਬਣ ਕੇ ਰਹਿ ਜਾਏਗੀ। ਸਾਡੇ ਸਾਰੇ ਸਟੇਟ ਦੇ ਅਧਿਕਾਰ ਖੋਏ ਜਾਣਗੇ ਤੇ ਜਿਹੜਾ ਹੈ ਇਸ ਸਟੇਟ ਨੂੰ ਅਲਟੀਮੇਟਲੀ ਕੇਂਦਰ ਦੀ ਸਰਕਾਰ ਆਪਣੇ ਹੱਥਾਂ ਨਾਲ ਕਠਪੁਤਲੀ ਵਾਂਗੂ ਚਲਾਵੇਗੀ। ਸੋ ਦੁਬਾਰਾ ਫਿਰ ਮੈਂ ਕਹਿਣਾ ਚਾਹੁੰਦਾ ਵਾਂ ਕਿ BSF ਨੂੰ ਦਿੱਤੇ ਗਏ ਅਧਿਕਾਰ ਵਾਪਸ ਹੋਣੇ ਚਾਹੀਦੇ ਆ, ਕਿਉਂਕਿ ਜੇ ਇੱਕ ਸਮਗਲਿੰਗ ਹੋ ਰਹੀ ਹੈ ਤਾਂ ਉਹਦੀ BSF ਦੀ ਰਿਸਪੌਂਸਿਬਿਲਿਟੀ ਫਿਕਸ ਕਰਕੇ ਉੱਥੇ ਐਕਸ਼ਨ ਲਿਆ ਜਾਵੇ ਬਾਰਡਰ ਤੇ ਇਮੀਡੀਏਟਲੀ, ਨਾ ਕਿ ਸਾਡੇ ਪੰਜਾਬ ਦੇ ਅੰਦਰ ਆਣ ਕੇ। ਇਹ ਅਸੀਂ ਤਾਂ ਵੱਧ ਅਧਿਕਾਰ ਮੰਗ ਰਹੇ ਸੀ। ਪੰਜਾਬ ਦੇ ਲੋਕ ਤਾਂ ਚਾਹੁੰਦੇ ਨੇ ਕਿ ਸਾਡਾ ਐਜੂਕੇਸ਼ਨ, ਸਾਡਾ ਜਿਹੜਾ ਵਿਰਸਾ ਸਾਡੇ ਤੋਂ ਗਵਾਚਿਆ ਵਾ ਉਹ ਸਾਨੂੰ ਬਹਾਲ ਕੀਤਾ ਜਾਵੇ। ਪੰਜਾਬ ਤਾਂ ਅਰਸੇ ਤੋਂ ਮੰਗ ਰਿਹਾ ਕਿ ਸਾਡੀ ਰਾਜਧਾਨੀ ਜਿਹੜੀ ਸਾਡੇ ਕੋਲ ਖੋਈ ਗਈ ਆ ਚੰਡੀਗੜ੍ਹ ਦੀ, ਉਹ ਸਾਨੂੰ ਬਹਾਲ ਕੀਤੀ ਜਾਵੇ। ਪੰਜਾਬ ਤਾਂ ਮੰਗ ਰਿਹਾ ਸੀ ਕਿ ਸਾਡੇ ਜਿਹੜੇ ਦਰਿਆਈ ਪਾਣੀ ਤੁਸੀਂ ਵਨ ਸਾਈਡਡ ਅਵਾਰਡ ਦੇ ਕੇ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਦੇ ਦਿੱਤੇ, ਉਹ ਸਾਡੇ ਦਰਿਆਈ ਪਾਣੀ ਜਿਹੜੇ ਨੇ ਉਹ ਸਾਨੂੰ ਵਾਪਸ ਦਿੱਤੇ ਜਾਣ, ਜਾਂ ਸਾਨੂੰ ਫੇਅਰ ਕੰਪਨਸੇਸ਼ਨ ਜਾਂ ਸਾਨੂੰ ਫੇਅਰ ਉਹਦੀ ਰਾਇਲਟੀ ਪਾਣੀਆਂ ਦੇ ਦਿੱਤੀ ਜਾਵੇ। ਉਹ ਤਾਂ ਸਾਨੂੰ ਕੀ ਦੇਣਾ ਸੀਗਾ ਤੇ ਉਲਟਾ ਸਾਡੇ
ਪੰਜਾਬ ਦਾ ਇੱਕ ਬਹੁਤ ਵੱਡਾ ਰਕਬਾ, ਮੇਰੇ ਖਿਆਲ ਜ਼ਿਆਦਾ ਨਹੀਂ ਤਾਂ ਐਟਲੀਸਟ 40% ਆਫ ਦ ਸਟੇਟ ਵਿਲ ਕਮ ਅੰਡਰ ਡਾਇਰੈਕਟ ਸੈਂਟਰਲ ਰੂਲ ਵਾਇਆ BSF। ਅਗਰ ਇਹ ਲਾਅ ਜਿਹੜਾ ਹੈ, ਨੋਟੀਫਿਕੇਸ਼ਨ ਹੈ ਹੋਮ ਮਿਨਿਸਟਰ ਨੇ ਜਾਰੀ ਕੀਤੀ, ਉਹ ਲਾਗੂ ਹੋ ਜਾਂਦੀ। ਇਸ ਲਈ ਇਹ ਆਪਣੇ ਸਭ ਦੀ ਇਮਤਿਹਾਨ ਦੀ ਘੜੀ ਆ। ਜੇ ਆਪਾਂ ਇਸ ਤਰ੍ਹਾਂ ਸਰੈਂਡਰ ਕਰਨ ਲੱਗੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਭਾਸ਼ਾ ਵੀ ਖਤਰੇ 'ਚ ਆ, ਸਾਡੀ ਆਪਣੀ ਹੋਂਦ ਖਤਰੇ ਵਿੱਚ ਆ। ਇਸ ਨੂੰ ਸਭ ਨੂੰ ਮਿਲ ਕੇ ਟੁੱਥ ਐਂਡ ਨੇਲ ਅਪੋਜ਼ ਕਰਨਾ ਚਾਹੀਦਾ ਵਾ। ਇਹ ਬਹੁਤ ਇੱਕ ਡੇਂਜਰਸ ਮੂਵ ਹੈ ਗਵਰਨਮੈਂਟ ਆਫ ਇੰਡੀਆ ਦੀ। ਇਹ ਬੈਕਡੋਰ ਐਂਟਰੀ ਕਰਕੇ ਇੱਥੇ ਅਲਟੀਮੇਟਲੀ ਸਮਝ ਲਓ ਕਿ ਰਾਸ਼ਟਰਪਤੀ ਰਾਜ ਲਾਉਣ ਦੇ ਮੁਕਾਬਲੇ ਵਾਲੀ ਗੱਲ ਹੋਵੇਗੀ। ਸਾਡੇ ਕੋਲ ਕੋਈ ਪਾਵਰਸ ਨਹੀਂ ਰਹਿ ਜਾਣਗੀਆਂ। ਔਰ ਜਿਹੜਾ ਮੈਂ ਤੁਹਾਨੂੰ ਕਹਿਣਾ ਦੁਬਾਰਾ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਕੇਂਦਰ ਨੇ ਕਾਨੂੰਨ ਬਣਾਏ ਨੇ, ਜਿਹੜੇ ਕਾਲੇ ਕਾਨੂੰਨ ਆਪਾਂ ਕਹਿੰਦੇ, ਜਿਹੜੇ ਕਿਸੇ ਵੇਲੇ ਟਾਡਾ ਸੀਗਾ, ਫਿਰ ਉਸ ਤੋਂ ਬਾਅਦ ਪੋਟਾ ਬਣਾ ਦਿੱਤਾ ਗਿਆ, ਫਿਰ ਉਸ ਤੋਂ ਬਾਅਦ ਯੂਆਪਾ ਬਣਾ ਦਿੱਤਾ ਗਿਆ, ਇਹ ਉਹਦੀ ਕੰਪਲੀਟ ਮਿਸਯੂਜ਼ ਕਰਕੇ ਤੇ ਆਪਣੀ ਇਸ ਟੈਰੀਟਰੀ ਦੇ ਉੱਤੇ ਸਾਡੇ ਤੇ ਕੇਂਦਰ ਦੀ ਸਰਕਾਰ ਕਬਜ਼ਾ ਕਰਨ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਹ ਕਦੀ ਹੋਣ ਨਹੀਂ ਦੇਣਗੇ। ਅਸੀਂ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਵਾ। ਔਰ ਨਾਲ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਅੱਜ ਸਾਨੂੰ ਸਾਡੀ ਮਰਜ਼ੀ ਦੇ ਨਾਲ ਪੜ੍ਹਾਇਆ ਨਹੀਂ ਜਾ ਰਿਹਾ। ਸਾਡਾ ਜਿਹੜਾ ਗੁਰੂ ਸਾਹਿਬਾਨ ਦਾ ਬਹੁਤ ਕੁਰਬਾਨੀਆਂ ਭਰਪੂਰ ਵਿਰਸਾ, ਉਸ ਨੂੰ ਆਲਟਰ ਕਰਕੇ, ਉਸ ਨੂੰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਬੱਚਿਆਂ ਨੂੰ ਐਜੂਕੇਟ ਕੀਤਾ ਜਾ ਰਿਹਾ। ਸਾਨੂੰ ਇਹ ਵੀ ਅਧਿਕਾਰ ਨਹੀਂਗਾ ਕਿ ਅਸੀਂ ਆਪਣੀਆਂ ਸੜਕਾਂ ਆਪ ਖੁਦ ਫੈਸਲਾ ਕਰ ਸਕੀਏ। ਬਹੁਤ ਸਾਰੀਆਂ ਸਕੀਮਸ ਗਵਰਨਮੈਂਟ ਆਫ ਇੰਡੀਆ ਦੇ ਹੱਥ ਵਿੱਚ ਚਲੀ ਗਈਆਂ, ਲੇਬਰ ਲਾਜ਼ ਉਹਨਾਂ ਦੇ ਹੱਥ ਵਿੱਚ ਚਲੇ ਗਏ। ਅਸੀਂ ਬਹੁਤ ਸਾਰੇ ਡਿਪਾਰਟਮੈਂਟਸ ਜਿਹੜੇ ਕਿਸੇ ਵੇਲੇ ਸਟੇਟ ਲਿਸਟ ਵਿੱਚ ਹੋਇਆ ਕਰਦੇ ਸੀਗੇ, ਉਹ ਸਾਰੇ ਚੱਕ ਕੇ ਉਹਨਾਂ ਨੇ ਜਾਂ ਤਾਂ ਕੰਕਰੈਂਟ ਲਿਸਟ ਵਿੱਚ ਪਾ ਦਿੱਤੇ ਕੇਂਦਰ ਸਰਕਾਰ ਨੇ, ਜਾਂ ਸਿੱਧਾ ਸੈਂਟਰਲ ਲਿਸਟ ਵਿੱਚ ਪਾ ਦਿੱਤੇ। ਸਾਡੇ ਕੋਲ ਬਹੁਤ ਸਮੇਂ ਤੋਂ ਅਧਿਕਾਰ ਖੁੱਸੇ ਨੇ। ਔਰ ਜਿਹੜਾ ਮਸਲਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਵਿੱਚ ਜਿਹੜਾ ਘੜਿਆ ਗਿਆ ਸੀ 1978 ਸਪੈਸ਼ਲੀ, ਉਹ ਬਜਾਏ ਕਿ ਸਾਨੂੰ ਵੱਧ ਅਧਿਕਾਰ ਦਿੱਤੇ ਜਾਣ, ਸਾਡਾ ਜਿਹੜਾ ਫੈਡਰਲ ਢਾਂਚਾ ਦੇਸ਼ ਦਾ ਮਜ਼ਬੂਤ ਕੀਤਾ ਜਾਵੇ, ਸੂਬਿਆਂ ਦੇ ਅਧਿਕਾਰਾਂ ਤੇ ਦੁਬਾਰਾ ਕੇਂਦਰ ਦੀ ਸਰਕਾਰ ਕਬਜ਼ਾ ਕਰ ਰਹੀ ਹੈ। ਔਰ ਸਾਨੂੰ ਸਭ ਕੁਝ ਡਿਕਟੇਟ ਦਿੱਲੀੋਂ ਕੀਤਾ ਜਾ ਰਿਹਾ ਕਿ ਤੁਸੀਂ ਆਹ ਪੜੋਗੇ, ਤੁਸੀਂ ਆਹ ਖਾਓਗੇ, ਤੁਸੀਂ ਆਹ ਪਹਿਨੋਗੇ। ਇਹ ਸਾਰਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਕਦੀ ਸਵੀਕਾਰ ਨਹੀਂ ਹੋਵੇਗਾ। ਪੰਜਾਬ ਹਮੇਸ਼ਾ ਕਿਸੇ ਵੀ ਗਲਤ ਫੈਸਲੇ ਨੂੰ ਅਪੋਜ਼ ਕਰਨ ਵਿੱਚ ਫਰੰਟਲ ਸਟੇਟ ਰਹੀ ਹੈ। ਚਾਹੇ ਉਹ ਆਜ਼ਾਦੀ ਦੀ ਲੜਾਈ ਦੇਖ ਲਓ ਤੁਸੀਂ, ਚਾਹੇ ਉਹ ਬਾਅਦ ਵਿੱਚ ਜੋ ਵੀ ਕਿਤੇ ਅਨਿਆਏ ਹੋਇਆ, ਚਾਹੇ ਗਲਤ ਗੱਲਾਂ ਹੋਈਆਂ, ਉਸ ਨੂੰ ਪੰਜਾਬ ਨੇ ਹਮੇਸ਼ਾ ਅਪੋਜ਼ ਕੀਤਾ ਵਾ। ਉਮੀਦ ਕਰਦਾ ਕਿ ਪੰਜਾਬ ਦੇ ਲੋਕ ਹੁਣ ਵੀ ਅਪੋਜ਼ ਕਰਨਗੇ। ਇੱਕ ਕੱਲ 3 ਦਿਨ ਪਹਿਲਾਂ 5 ਜਵਾਨ ਮਾਰੇ ਗਏ ਸੀਗੇ ਪੂੰਛ ਰਜੌਰੀ ਜੰਮੂ ਕਸ਼ਮੀਰ ਦੇ ਵਿੱਚ। ਉਹਨਾਂ 5 ਮਾਰੇ ਗਏ ਜਵਾਨਾਂ ਵਿੱਚੋਂ 3 ਪੰਜਾਬ ਦੇ ਸਪੂਤ ਸੀਗੇ। ਇੱਕ ਤਾਂ ਬਿਲਕੁਲ ਮੇਰੇ ਸਾਹਮਣੇ ਪਿੰਡ ਪੈਂਦਾ ਮਾਨਾ ਤਲਵੰਡੀ, ਉੱਥੋਂ ਦਾ ਸੂਬੇਦਾਰ ਜਸਵਿੰਦਰ ਸਿੰਘ, ਉਹਦਾ ਐਨਕਾਊਂਟਰ ਵਿੱਚ ਉਹਦੀ ਮੌਤ ਹੋਈ ਆ। ਅਸੀਂ ਸਾਰਿਆਂ ਨੇ ਉਹਨਾਂ ਦੇ ਘਰ ਪਰਿਵਾਰ ਵਿੱਚ ਜਾ ਕੇ ਕੱਲ ਜੋ ਅਸੀਂ ਕਰ ਸਕਦੇ ਸੀ, ਜੋ ਪੰਜਾਬ ਸਰਕਾਰ ਕਰ ਸਕਦੀ, ਉਹਦੀ ਹਮਦਰਦੀ ਜਤਾਈ। ਪਰ ਇੱਥੋਂ ਮੈਂ ਮੈਸੇਜ ਦੇਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਦੇਖੋ, ਤੁਸੀਂ ਸਾਡੇ ਕਿਸਾਨਾਂ ਦਾ ਇਮਤਿਹਾਨ ਪਿਛਲੇ 1.5 ਸਾਲ ਤੋਂ ਲੈ ਰਹੇ ਹੋ। 600-700 ਬੰਦਾ ਦਿੱਲੀ ਦੇ ਉਸ ਐਜੀਟੇਸ਼ਨ ਵਿੱਚ ਮਰ ਚੁੱਕਾ ਵਾ। ਯਾਦ ਰੱਖਿਓ ਕਿ ਇਹ ਜਿਹੜੇ ਦਿੱਲੀ 'ਚ ਕਿਸਾਨ ਬੈਠੇ ਨੇ, ਉਹਨਾਂ ਦੇ ਪੁੱਤ ਮਰ ਰਹੇ ਨੇ। ਜਿਹੜਾ ਜਸਵਿੰਦਰ ਮਰਿਆ ਮਾਨਾ ਤਲਵੰਡੀ ਦਾ, ਇੱਕ ਕਿਸਾਨ ਦਾ ਪੁੱਤ ਸੀਗਾ। ਉਹਦੇ 'ਚ ਕੋਈ ਬੀਜੇਪੀ ਦੇ ਬੱਚੇ ਫੌਜ ਵਿੱਚ ਬਾਰਡਰਾਂ ਤੇ ਰਖਵਾਲੀ ਨਹੀਂ ਕਰ ਰਹੇ। ਜਿਨ੍ਹਾਂ ਨੂੰ ਤੁਸੀਂ ਲਤਾੜ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਮਾਰ ਰਹੇ ਹੋ, ਜਿਨ੍ਹਾਂ ਦੀ ਤੁਸੀਂ ਤੋਹੀਨ ਕਰ ਰਹੇ ਹੋ, ਉਹਨਾਂ ਦੇ ਬੱਚੇ ਹੀ ਦੇਸ਼ ਦੀ ਬਾਰਡਰਾਂ ਦੇ ਉੱਤੇ ਹਿਫਾਜ਼ਤ ਕਰ ਰਹੇ। ਇਸ ਲਈ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਬੰਦ ਹੋਣੀ ਚਾਹੀਦੀ ਆ, ਸਾਡੇ ਹਕੂਕ ਬਹਾਲ ਹੋਣੇ ਚਾਹੀਦੇ ਆ। ਔਰ ਸਾਡੇ ਜਿਹੜੇ ਤੁਸੀਂ BSF ਦੇ ਰਾਹੀਂ ਇੱਕ ਐਫਰਟ ਕਰ ਰਹੇ ਆ ਟੂ ਇੰਪੋਜ਼ ਡਾਇਰੈਕਟ ਰੂਲ ਆਫ ਦ ਸੈਂਟਰਲ ਗਵਰਨਮੈਂਟ ਔਨ ਪੰਜਾਬ, ਇਹ ਬੰਦ ਹੋਣਾ ਚਾਹੀਦਾ ਵਾ। ਤੇ ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਬਣਾਏ ਗਏ ਨੇ, ਉਹ ਰੱਦ ਹੋਣੇ ਚਾਹੀਦੇ ਆ। ਤੇ ਜਿਹੜੇ 4 ਕਿਸਾਨ ਰੌਂਦ ਦਿੱਤੇ ਤੇ ਇੱਕ ਮਿਨਿਸਟਰ ਦਾ ਹਲੇ ਤੁਸੀਂ ਅਸਤੀਫਾ ਨਹੀਂ ਲਿਆ, ਮਿਨਿਸਟਰ ਆਫ ਸਟੇਟ ਫॉर ਹੋਮ ਮਿਸਟਰ ਅਜੇ ਮਿਸ਼ਰਾ, ਉਹਦਾ ਅਸਤੀਫਾ ਹੋਣਾ ਚਾਹੀਦਾ। ਤਾਂ ਹੀ ਉਹ ਪੰਜਾਬ ਤੇ ਦੇਸ਼ ਦੇ ਵਿੱਚ ਲੋਕਾਂ ਨੂੰ ਜਿਹੜੇ ਇਨਸਾਫ ਮਿਲੇਗਾ। ਬੇਇਨਸਾਫੀ ਦੇ ਰਾਜ ਨਾਲ ਕਦੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਮੀਦ ਕਰਦਾ ਵਾਂ ਕਿ ਇਹ ਕੇਂਦਰ ਦਾ ਗਲਤ ਫੈਸਲਾ ਇਹ ਵਿਡਰਾਅ ਕਰਨਗੇ ਤੇ ਪੰਜਾਬ ਦੀ ਆਟੋਨੋਮੀ ਨੂੰ, ਪੰਜਾਬ ਦੇ ਅਧਿਕਾਰਾਂ ਨੂੰ ਬਹਾਲ ਕਰਨਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।